गुरु रू प्यारी साध संगत जी, वाहिगुरू जी का खालसा, वाहिगुरू जी की फतेह। गुरबाणी प्रति लिखिया गुरबाणी विचार का लेख गुरमुख प्यारे बाबू जी द्वारा, जिसका सिरलेख है गुरबाणी अनुभव, आप जी ने पढ़ के सरवण करा रहे सी। आओ उसका अखीरला भाग सरवण करने की कोशिश करिए जी। दूसरे भाग विच असी पढ़िया सी कि गुरबाणी की कदर कीमत असी सोने रुमालियां सोनी मंजी सहबादी नाल करते हैं, पर इस तो इलावा उसकी कदर कीमत आत्मक दर्जे ते भी होनी चाहिए है। सो आत्मक अनुभवी दर्जे ते कदर कीमत अनुभवी प्रकाश के तत्त ज्ञान द्वारा गुरबाणी नूं बुझण सीजण नाल हो सकती है। सो वो अनुभवी प्रकाश दियां लिशकां असी किवें माण सकते हाँ, किवें तत्त ज्ञान का प्रकाश होंदा है। इस तो इलावा यह दर्शाया गया है कि जिस गुरसिख ने भी गुरबाणी नूं परसिया है उसकी निशानी की है। ते अंत विच ये दर्शाया है कि गुरबाणी का पूरा आत्मक लाहा लैण लई सानू उस मंडल विच प्रवेश करना पएगा जिस मंडल विचों ये बाणी प्रकाशमान हुई है। सो उस मंडल विच प्रवेश करना ते अनुभवी प्रकाश दियां लिशकां माणनियां, ये अज दे गुरबाणी विचार का मुख विषय है। आओ प्यार नाल सरवण करने की कोशिश करिए जी। गुरु नानक साहब आप जोत स्वरूप सन, शब्द स्वरूप सन, पर साढ़े कलयुगी जीवां ते तरस करके त्रुट के उन्हां पंज भूतक शरीर तारिया, इसलिए कि सानू इन्हां अखां नाल दर्शन करके इन्हां कन्नां नाल उन्हां दे मुखार बिंद तो बचन बाणी सुन के शरधा उपजे अते उन्हां दी आत्मक अगवाई दी रोशनी विच अपने जीवन नूं ढाल के ब्रह्म मंडल विच पुजण लई सत्संग द्वारा उद्यम कर सकी। हाँ जी, संत गुरु महाराज जोत स्वरूप, पर शरीर उन्होंने क्यों तारिया? ਤਾਂ ਕਿ ਅੱਖਾਂ ਨਾਲ ਉਹਨਾਂ ਦੇ ਦਰਸ਼ਨ ਕਰਕੇ, ਕੰਨਾਂ ਨਾਲ ਉਹਨਾਂ ਦੇ ਬਚਨ ਬਾਣੀ ਸੁਣ ਕੇ ਸ਼ਰਧਾ ਉਪਜੇ ਤੇ ਅਸੀਂ ਸਤਸੰਗ ਦੇ ਆਸਰੇ ਉਹਨਾਂ ਦੀ ਆਤਮਕ ਅਗਵਾਈ ਦੀ ਰੋਸ਼ਨੀ ਵਿੱਚ ਆਪਣੇ ਜੀਵਨ ਨੂੰ ਢਾਲ ਕੇ ਬ੍ਰਹਮ ਮੰਡਲ ਵਿੱਚ ਪੁੱਜਣ ਦਾ ਉਦਮ ਕਰ ਸਕੀਏ। ਜਨ ਨਾਨਕ ਬੋਲੇ ਅੰਮ੍ਰਿਤ ਬਾਣੀ, ਗੁਰਸਿੱਖਾਂ ਕੇ ਮਨ ਪਿਆਰੀ ਪਾਣੀ, ਉਪਦੇਸ਼ ਕਰੇ ਗੁਰ ਸਤਗੁਰ ਪੂਰਾ, ਗੁਰ ਸਤਗੁਰ ਪਰਉਪਕਾਰੀ ਹੈ ਜੀਓ। ਹੁਣ ਗੁਰੂ ਜੀ ਦਾ ਪੰਜ ਭੂਤਕ शरीर ਤਾਂ ਨਹੀਂ, ਪਰ ਉਹਨਾਂ ਨੇ ਆਪਣਾ ਆਤਮਕ ਪ੍ਰਕਾਸ਼, ਗਿਆਨ, ਦੀਖਿਆ, ਹੁਕਮ, ਉਪਦੇਸ਼, ਵਿਚਾਰ, ਆਦੇਸ਼, ਬਚਨ, ਖਜ਼ਾਨਾ ਗੁਰਬਾਣੀ ਦੇ ਰੂਪ ਵਿੱਚ ਸਾਡੀ ਅਗਵਾਈ ਲਈ ਬਖਸ਼ਿਆ ਹੈ। ਇਸ ਬਿਨਾਂ ਸਾਡੇ ਕੋਲ ਕੋਈ ਉੱਚੀ ਸੁੱਚੀ ਤੇ ਸਹੀ ਅਗਵਾਈ ਨਹੀਂ ਹੈ। ਹਾਂਜੀ, ਗੁਰਬਾਣੀ ਤੋਂ ਬਿਨਾਂ ਸਾਡੇ ਕੋਲ ਕੋਈ ਉੱਚੀ ਸੁੱਚੀ ਤੇ ਸਹੀ ਅਗਵਾਈ ਨਹੀਂ ਹੈ। ਇਸ ਲਈ ਅਸੀਂ ਬਾਣੀ ਰੂਪ ਗੁਰੂ ਦੇ ਚਰਨਾਂ ਵਿੱਚ ਬੈਠ ਕੇ ਗੁਰਬਾਣੀ ਦੀ ਅਗਵਾਈ ਅਤੇ ਰੋਸ਼ਨੀ ਵਿੱਚ ਜੀਵਨ ਨੂੰ ਸੇਧ ਦੇਣੀ ਹੈ। ਗੁਰ ਕਾ ਬਚਨ ਬਸੈ ਜੀ ਨਾਲੇ, ਨਿਰਧਨ ਕੋ ਧਨ, ਅੰਧਲੇ ਕੋ ਟਿਕ, ਮਾਤ दूध जैसे बाले। मैं गुरबाणी आधार है, गुरबाणी लाग रहा हूँ, साची बाणी अंदिन गावे, निर्धन का नाम विसाहा है। पूरे गुर की पूरी बाणी, पूरे लागा पूरे माहे समाणी, गुर की बाणी स्यों लाए प्यार, एथे उथे यह आधार। गुरबाणी की छो तद ही प्राप्त हो सकती है जेकर असी गुरबाणी के अर्थां वल ध्यान देईए, नहीं ਤਾਂ ਅਸੀਂ ਗੁਰਬਾਣੀ ਦੀ ਪਾਰਸ ਕਲਾ ਨਾਲ ਨਹੀਂ ਛੋਂਦੇ ਅਤੇ ਸਾਡੇ ਮਨ ਉੱਤੇ ਗੁਰਬਾਣੀ ਦਾ ਬਹੁਤ ਥੋੜਾ ਜਾਂ ਉੱਕਾ ਹੀ ਅਸਰ ਨਹੀਂ ਹੁੰਦਾ। ਇਹੋ ਕਾਰਨ ਹੈ ਕਿ ਇਸ ਯੁੱਗ ਵਿੱਚ ਅਣਗਿਣਤ ਗੁਰਦੁਆਰਿਆਂ, ਸਤਸੰਗ ਸਮਾਗਮਾਂ, ਕੀਰਤਨ ਅਖਾੜਿਆਂ, ਕਥਾ ਵਖਿਆਨ, ਧਰਮ ਪ੍ਰਚਾਰ, ਗੁਰਮਤ ਰਸਾਲਿਆਂ, ਪਾਠ, ਪੂਜਾ, ਜਪ, ਤਪ, ਕਰਮ ਕਿਰਿਆ ਦੇ ਬਾਵਜੂਦ ਅਸੀਂ ਗੁਰਬਾਣੀ ਦੇ ਅੰਤਰੀਵ ਆਤਮਕ ਆਸ਼ੇ ਤੋਂ ਦੁਰੇੜੇ ਅਤੇ ਬੇਮੁਖ ਹੋ ਰਹੇ ਹਾਂ, ਕਿਉਂਕਿ ਗੁਰਬਾਣੀ ਦੇ ਅਰਥਾਂ ਵੱਲ ਅਸੀਂ ਧਿਆਨ ਨਹੀਂ ਦਿੰਦੇ। ਮਨ ਗੁਰਬਾਣੀ ਨਾਲ ਪਰਸਦਾ ਨਹੀਂ, ਇਸ ਕਰਕੇ ਗੁਰਬਾਣੀ ਦੀ ਪਾਰਸ ਕਲਾ ਨਹੀਂ ਵਰਤਦੀ। ਸੋ ਕਿਤਨੇ ਸਤਸੰਗ ਸਮਾਗਮ ਹੋ ਰਹੇ ਹਨ, ਕਿਤਨੇ ਕੀਰਤਨ ਅਖਾੜੇ, ਕਿਤਨੇ ਗੁਰਦੁਆਰੇ, ਕਿਤਨਾ ਧਰਮ ਪ੍ਰਚਾਰ, ਸਭ ਦੇ ਬਾਵਜੂਦ ਸਾਡਾ ਜਿਹੜਾ ਅਮਲੀ ਜੀਵਨ ਹੈ ਗੁਰਬਾਣੀ ਦੇ ਅੰਤਰੀਵ ਆਤਮਕ ਆਸ਼ੇ ਤੋਂ ਉਲਟ ਹੈ ਤੇ ਅਸੀਂ ਗੁਰਬਾਣੀ ਤੋਂ ਦੁਰੇੜੇ ਅਤੇ ਬੇਮੁਖ ਹੋ ਰਹੇ ਹਾਂ। ਪੜ੍ਹੀਏ ਗੁਣੀਏ ਕਿਆ ਕਥੀਏ ਜਾਂ ਮੁੰਡੋਂ ਕੁੱਥਾ ਜਾਏ,
पढ़िए गुनिए नाम सब सुनिए, अन पाओ पाओ न दरसे। लोहा कंचन हिरन होए कैसे, जो पारसे न परसे। गल निरोल ध्यान दी है, ध्यान बिना साडा मन गुरबाणी नाल नहीं छूंदा, ਅਤੇ ਇਸ ਛੋਹ ਬਿਨਾਂ ਮਨ ਉਤੇ ਗੁਰਬਾਣੀ ਦੀ ਪਾਰਸ ਕਲਾ ਨਹੀਂ ਵਰਤਦੀ। ਇਹੀ ਕਾਰਨ ਹੈ ਜੋ ਸਾਰੀ ਉਮਰ ਅਨੇਕਾਂ ਪਾਠ ਕਰਦਿਆਂ ਸੁਣਦਿਆਂ ਹੋਇਆਂ ਵੀ ਸਾਡੀ ਮਾਨਸਿਕ ਅਤੇ ਆਤਮਿਕ ਹਾਲਤ ਨਹੀਂ ਬਦਲਦੀ, ਉਚੇਰੀ ਨਹੀਂ ਉੱਠਦੀ ਅਤੇ ਅਸੀਂ ਆਤਮਿਕ ਜੀਵਨ ਤੋਂ ਵਾਂਝੇ ਰਹਿੰਦੇ ਹਾਂ। ਮਨੁਆ ਦੈ ਦਿਸਤਾਮ ਦਾ, ਉਹ ਕੈਸੇ ਹਰ ਗੁਣ ਗਾਵੇ। ਮਨੁਆ ਡੋਲੇ ਦੈ ਦਿਸਤਾਵੇ, ਬਿਨਰਤ ਆਤਮ ਗਿਆਨ। ਇਹ ਮਨੁਆ ਖਿਨ ਨ ਟਿਕੈ ਬੌਰੰਗੀ, ਦੈ ਦੈ ਦਿਸ ਚਲ ਚਲ ਹਾਂਡੇ। ਹੁਣ ਕਰਨਾ ਕੀ ਹੈ ਕਿ ਗੁਰਬਾਣੀ ਨੂੰ ਪੜ੍ਹਨ, ਸੁਣਨ, ਕੀਰਤਨ ਕਰਨ, ਮੰਨਣ, ਕਮਾਉਣ ਦੁਆਰਾ ਮਨ ਨੂੰ ਨਾਮ ਰੰਗਣ ਵਿੱਚ ਰੰਗੀਦਾ ਹੈ। ਹਾਂਜੀ, ਕਿ ਗੁਰਬਾਣੀ ਨੂੰ ਪੜ੍ਹਨਾ ਹੈ, ਸੁਣਨਾ ਹੈ, ਉਸਦਾ ਕੀਰਤਨ ਕਰਨਾ ਹੈ ਜਾਂ ਸੁਣਨਾ ਹੈ, ਪਰ ਇਹ ਸਭ ਕੁਝ ਕਰਕੇ ਉਸਨੂੰ ਮੰਨਣਾ ਹੈ ਕਿ ਜੋ ਗੁਰਬਾਣੀ ਕਹਿ ਰਹੀ ਹੈ ਸੱਚ ਹੈ। ਮੰਨ ਕੇ ਫਿਰ ਉਸਨੂੰ ਕਮਾਉਣਾ ਹੈ, ਆਪਣੇ ਜੀਵਨ ਵਿੱਚ ਢਾਲਣਾ ਹੈ। ਇਸ ਤਰ੍ਹਾਂ ਆਪਣੇ ਮਨ ਨੂੰ ਨਾਮ ਰੰਗ ਵਿੱਚ ਰੰਗਣਾ ਹੈ। ਗਾਵੀਏ ਸੁਣੀਏ ਮਨ ਰੱਖੀਏ ਭਾਓ, ਦੁੱਖ ਪਰ ਹਰ ਸੁਖ ਕਰ ਲੈ ਜਾਏ। ਸੁਣਿਆ ਮੰਨਿਆ ਮਨ ਕੀਤਾ ਭਾਓ, ਅੰਤਰਗਤ ਤੀਰਥ ਮਲ ਨਾਓ। ਜਿਨੀ ਸੁਣ ਕੇ ਮੰਨਿਆ ਤਿੰਨਾ ਨਿਜ ਕਰ ਵਾਸ, ਉਪਦੇਸ਼ ਜੇ ਦਿੱਤਾ ਸਤਿਗੁਰੂ, ਸੋ ਸੁਣਿਆ ਸਿੱਖੀ ਕੰਨੇ। ਜਿਨ ਸਤਿਗੁਰ ਕਾ ਭਾਣਾ ਮੰਨਿਆ, ਤਿਨ ਚੜੀ ਚਵਗਣ ਮੰਨੇ। ਭਗਤ ਭੰਡਾਰ ਗੁਰਬਾਣੀ ਲਾਲ, ਗਾਵਤ ਸੁਨਤ ਕਮਾਵਤ ਨਿਹਾਲ। ਗਾਵਿਆ ਸੁਣਿਆ ਤਿਨ ਕਾ ਹਰ ਥਾਏ ਪਾਵੇ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੇ। ਗੁਰਬਾਣੀ ਕਹਿ ਸੇਵਕ ਜਨ ਮਾਨੈ, ਪਰਤਖ ਗੁਰੂ ਨਿਸਤਾਰੇ। ਗੁਰਬਾਣੀ ਦੀ ਪਾਰਸ ਕਲਾ ਨੂੰ ਛੂਹਣ ਤੇ ਅਵਸ਼ੀ ਸਾਡੇ ਮਨ ਉੱਤੇ ਆਤਮ ਕਲਾ ਵਰਤਣੀ ਸ਼ੁਰੂ ਹੋ ਜਾਵੇਗੀ। ਸਾਡਾ ਮਾਨਸਿਕ ਅਤੇ ਆਤਮਿਕ ਜੀਵਨ ਬਦਲੇਗਾ। ਕਿਸੇ ਸੁਭਾਗੇ ਸਮੇਂ ਸਾਡੇ ਅੰਦਰ ਵੀ ਨਾਮ ਦਾ ਪ੍ਰਕਾਸ਼ ਹੋ ਸਕਦਾ ਹੈ। ਹਮਾਰੀ ਪਿਆਰੀ ਅੰਮ੍ਰਿਤ ਧਾਰੀ, ਗੁਰਨਿਮਖ ਨ ਮਨ ਤੇ ਟਾਰੀ ਰੇ। ਦਰਸ਼ਨ ਪਰਸਨ ਸਰਸਨ ਹਰਸਨ, ਰੰਗ ਰੰਗੀ ਕਰਤਾਰੀ ਰੇ। ਇਹ ਬਾਣੀ ਜੋ ਜੀਉ ਜਾਣੈ, ਤਿਸ ਅੰਤਰ ਰਵੈ ਹਰ ਨਾਮਾ। ਅੰਤਰ ਪ੍ਰੇਮ ਪ੍ਰਾਪਤ ਦਰਸ਼ਨ, ਗੁਰਬਾਣੀ ਸਿਉ ਪ੍ਰੀਤ ਸੋ ਪਰਸਨ। ਸਾਡਾ ਧਿਆਨ ਪਹਿਲ ਬਾਣੀ ਦੇ ਅਖਰੀ ਅਰਥਾਂ ਵੱਲ ਹੋਵੇਗਾ ਅਤੇ ਫਿਰ ਸਹਿਜੇ ਸਹਿਜੇ ਬਾਣੀ ਦੇ ਭਾਵ ਅਰਥਾਂ ਤੋਂ ਅੰਤਰੀਵ ਭਾਵ ਵੱਲ ਮੋੜ ਖਾਂਦਾ ਹੋਇਆ ਬਾਣੀ ਵਿੱਚ ਹੀ ਲੀਨ ਹੁੰਦਾ ਜਾਵੇਗਾ। ਕਿਉਂਕਿ ਇਸ ਧੁਰ ਕੀ ਬਾਣੀ ਵਿੱਚ ਇਲਾਹੀ ਰਸ, ਇਲਾਹੀ ਰੰਗ, ਇਲਾਹੀ ਪਿਆਰ, ਇਲਾਹੀ ਉਮਾਹ ਅਤੇ ਵਿਸਮਾਦੀ ਅਵਸਥਾ ਭਰਪੂਰ ਹੈ। ਇਸ ਲਈ ਜਿਸ ਗੁਰਮੁਖ ਨੇ ਇਸ ਇਲਾਹੀ ਬਾਣੀ ਨੂੰ ਪਰਸਿਆ ਹੈ ਅਤੇ ਜੀਉ ਜਾਣਿਆ ਹੈ, ਉਸ ਦੇ ਜੀਵਨ ਵਿੱਚ ਸਾਰੇ ਇਲਾਹੀ ਗੁਣ, ਰੰਗ, ਰਸ, ਪ੍ਰੇਮ, ਉਮਾਹ, ਉਤਸ਼ਾਹ, ਚਾਉ, ਸਤ, ਸੰਤੋਖ, ਦਇਆ, ਖਿਮਾ, ਧੀਰਜ, ਨਿਰਮਲਤਾ, ਸ਼ਰਧਾ, ਭਾਵਨੀ, ਨਿਮਰਤਾ, ਮੈਤਰੀ ਭਾਵ, ਸੇਵਾ ਭਾਵ, ਆਪਾ ਵਾਰਨਾ, ਪਰਉਪਕਾਰ, ਸ਼ਾਂਤੀ ਆਦਿ ਸਹਿਜੇ ਹੀ ਪ੍ਰਗਟ ਹੁੰਦੇ ਹਨ। ਹਾਂਜੀ, ਜਿਸ ਕਿਸੇ ਗੁਰਮੁਖ ਨੇ ਵੀ ਇਸ ਇਲਾਹੀ ਬਾਣੀ ਨੂੰ ਪਰਸਿਆ ਹੈ ਅਤੇ ਜੀਉ ਜਾਣਿਆ ਹੈ, ਉਸ ਦੀ ਨਿਸ਼ਾਨੀ ਕੀ ਹੈ? ਇਹ ਜੋ ਬਾਣੀ ਵਿੱਚ ਇਲਾਹੀ ਰੰਗ ਰਸ ਭਰਪੂਰ ਹਨ, ਉਸ ਦੇ ਜੀਵਨ ਵਿੱਚੋਂ ਇਹ ਇਲਾਹੀ ਗੁਣ, ਰੰਗ, ਰਸ, ਪ੍ਰੇਮ, ਉਮਾਹ, ਉਤਸ਼ਾਹ, ਚਾਉ, ਸਤ, ਸੰਤੋਖ, ਦਇਆ, ਖਿਮਾ, ਧੀਰਜ, ਨਿਰਮਲਤਾ, ਸ਼ਰਧਾ, ਭਾਵਨੀ, ਨਿਮਰਤਾ, ਮੈਤਰੀ ਭਾਵ, ਸੇਵਾ ਭਾਵ, ਆਪਾ ਵਾਰਨਾ, ਪਰਉਪਕਾਰ, ਸ਼ਾਂਤੀ ਆਦਿ ਸਹਿਜੇ ਹੀ ਪ੍ਰਗਟ ਹੁੰਦੇ ਹਨ। ਇਸ ਤਰ੍ਹਾਂ ਗੁਰਮੁਖਾਂ ਦੇ ਅੰਤਰਾਤਮੇ ਨਾਮ ਦਾ ਪ੍ਰਕਾਸ਼ ਰਵਰਿਆ ਭਰਪੂਰ ਹੋ ਜਾਂਦਾ ਹੈ ਅਥਵਾ ਅੰਤਰ ਰਵੈ ਹਰਨਾਮਾ ਹੋ ਕੇ ਉਹਨਾਂ ਦਾ ਆਪਾ ਇਲਾਹੀ ਰਸ, ਸਵਾਦ, ਪਿਆਰ ਵਿੱਚ ਡੁੱਲ ਪੈਂਦਾ ਹੈ। ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਬਰਸੀ। ਬ੍ਰਹਮ ਗਿਆਨੀ ਪਰਉਪਕਾਰ ਉਮਾਹ, ਜੋ ਜੋ ਉਹਨਾਂ ਕਰਮ ਸੁਕਰਮ ਹੋਏ ਪਸਰੇ। ਅਨੁਭਵ ਸਾਡਾ ਕਦੋਂ ਖੁੱਲ੍ਹਦਾ ਹੈ? ਜਦੋਂ ਸਾਡੇ ਖਿਆਲਾਂ ਉੱਤੇ ਆਤਮਿਕ ਪ੍ਰਕਾਸ਼ ਦੀਆਂ ਝਲਕਾਂ ਪੈਣ। ਤੇ ਆਤਮਿਕ ਪ੍ਰਕਾਸ਼ ਦੀਆਂ ਝਲਕਾਂ ਕਦੋਂ ਪੈਂਦੀਆਂ ਹਨ? ਸਾਧ ਸੰਗਤ ਅਥਵਾ ਬਖਸ਼ੇ ਹੋਏ ਗੁਰਮੁਖ ਪਿਆਰਿਆਂ ਦੇ ਮੇਲ ਅਤੇ ਸੰਗਤ ਵਿੱਚ ਧਿਆਨ ਨਾਲ ਬਾਣੀ ਦਾ ਪਾਠ ਕਰਦੇ ਹਾਂ ਅਤੇ ਨਾਮ ਅਭਿਆਸ ਕਮਾਈ ਕਰਦੇ ਹਾਂ। ਸਾਡੇ ਮਨ ਦੀ ਮੈਲ ਸਹਿਜੇ ਸਹਿਜੇ ਕੱਟੀ ਜਾਣੀ ਸ਼ੁਰੂ ਹੋ ਜਾਂਦੀ ਹੈ। ਸਾਡਾ ਮਨ ਹਲਕਾ ਹੋ ਕੇ
ਮਾਇਕੀ ਮੰਡਲ ਵਿੱਚੋਂ ਗੁਬਾਰੇ ਵਾਂਗ ਉਤਾਹਾਂ ਆਤਮਕ ਮੰਡਲ ਵਿੱਚ ਉਡਾਰੀਆਂ ਲਾਉਂਦਾ ਹੋਇਆ, ਆਤਮਕ ਪ੍ਰਕਾਸ਼ ਮੰਡਲ ਵਿੱਚ ਹੁਲਾਰੇ ਲੈਂਦਾ ਹੋਇਆ ਕਿਸੇ ਅਕਹਿ ਇਲਾਹੀ ਰਹੱਸਮਈ ਪ੍ਰਕਾਸ਼ ਦੀਆਂ ਲਿਸ਼ਕਾਂ ਮਾਣਦਾ ਹੈ। ਇਸ ਤਰ੍ਹਾਂ ਮਾਇਕੀ ਮੰਡਲ ਵਿੱਚੋਂ ਨਿਕਲ ਕੇ ਜਦ ਸਾਡੇ ਮਨ ਉੱਤੇ ਆਤਮਕ ਪ੍ਰਕਾਸ਼ ਦੀਆਂ ਝਲਕਾਂ ਪੈਂਦੀਆਂ ਹਨ ਤਾਂ ਸਾਡਾ ਅਨੁਭਵ ਖੁੱਲ੍ਹਦਾ ਹੈ। ਧਿਆਨ ਦੇਣਾ ਜੀ, ਅਨੁਭਵ ਸਾਡਾ ਕਦੋਂ ਖੁੱਲ੍ਹਦਾ ਹੈ? ਜਦੋਂ ਸਾਧ ਸੰਗਤ ਅਥਵਾ ਬਖਸ਼ੇ ਹੋਏ ਗੁਰਮੁਖ ਪਿਆਰਿਆਂ ਦੇ ਮੇਲ ਅਤੇ ਸੰਗਤ ਵਿੱਚ ਧਿਆਨ ਨਾਲ ਗੁਰਬਾਣੀ ਦਾ ਪਾਠ ਜਾਂ ਕੀਰਤਨ ਸੁਣਦੇ ਹਾਂ ਤੇ ਉਸ ਦੇ ਨਾਲ ਨਾਲ ਨਾਮ ਅਭਿਆਸ ਕਮਾਈ ਵੀ ਕਰਦੇ ਹਾਂ। ਇਸ ਤਰ੍ਹਾਂ ਨਾਮ ਅਭਿਆਸ ਕਮਾਈ ਕਰਦੇ ਹਾਂ, ਗੁਰਬਾਣੀ ਦੇ ਪਾਠ ਜਾਂ ਕੀਰਤਨ ਨੂੰ ਧਿਆਨ ਨਾਲ ਸੁਣਦੇ ਹਾਂ, ਸਾਡੇ ਮਨ ਦੀ ਮੈਲ ਸਹਿਜੇ ਸਹਿਜੇ ਕੱਟੀ ਜਾਣੀ ਸ਼ੁਰੂ ਹੋ ਜਾਂਦੀ ਹੈ। ਜਿਉਂ-ਜਿਉਂ ਮੈਲ ਕਟੀਂਦੀ ਹੈ ਮਨ ਹਲਕਾ ਹੁੰਦਾ ਹੈ ਤੇ ਜਦੋਂ ਮਨ ਹਲਕਾ ਹੋ ਜਾਂਦਾ ਹੈ ਫਿਰ ਮਾਇਕੀ ਮੰਡਲ ਵਿੱਚੋਂ ਗੁਬਾਰੇ ਵਾਂਗ ਉਤਾਹਾਂ ਆਤਮਕ ਮੰਡਲ ਵਿੱਚ ਉਡਾਰੀਆਂ ਲਾਉਂਦਾ ਹੋਇਆ ਆਤਮਕ ਪ੍ਰਕਾਸ਼ ਮੰਡਲ ਵਿੱਚ ਪਹੁੰਚ ਜਾਂਦਾ ਹੈ। ਫਿਰ ਉੱਥੋਂ ਦੇ ਹੁਲਾਰੇ ਲੈਂਦਾ ਹੋਇਆ ਕਿਸੇ ਅਕਹਿ ਇਲਾਹੀ ਰਹੱਸਮਈ ਪ੍ਰਕਾਸ਼ ਦੀਆਂ ਲਿਸ਼ਕਾਂ ਮਾਣਦਾ ਹੈ। ਉੱਥੋਂ ਜਿਹੜੀ ਲਿਸ਼ਕ ਇਸ ਨੂੰ ਪੈਂਦੀ ਹੈ, ਇਸ ਤਰ੍ਹਾਂ ਮਾਇਕੀ ਮੰਡਲ ਵਿੱਚੋਂ ਨਿਕਲ ਕੇ ਜਦ ਸਾਡੇ ਮਨ ਉੱਤੇ ਆਤਮਕ ਪ੍ਰਕਾਸ਼ ਦੀਆਂ ਝਲਕਾਂ ਪੈਂਦੀਆਂ ਹਨ ਤਾਂ ਸਾਡਾ ਅਨੁਭਵ ਖੁੱਲ੍ਹਦਾ ਹੈ। ਇਸੇ ਅਨੁਭਵੀ ਪ੍ਰਕਾਸ਼ ਦੁਆਰਾ ਹੀ ਸਾਡਾ ਮਨ ਆਤਮ ਪ੍ਰਕਾਸ਼ ਨਾਲ ਇਕਸੁਰ ਹੋ ਕੇ ਧੁਰ ਕੀ ਬਾਣੀ ਦੇ ਪ੍ਰਕਾਸ਼ਮਈ ਤਤ ਗਿਆਨ ਨੂੰ ਸਮਝ ਜਾਣ ਬੁੱਝ ਸੀਝ ਸਕਦਾ ਹੈ ਅਤੇ ਗੁਰਬਾਣੀ ਦੇ ਅੰਤਰਾਤਮੇ ਤਤ ਗਿਆਨ ਦਾ ਲਾਹਾ ਲੈ ਸਕਦਾ ਹੈ। ਗੁਰਮੁਖ ਬਾਣੀ ਬ੍ਰਹਮ ਹੈ, ਸ਼ਬਦ ਮਿਲਾਵਾ ਹੋਏ, ਸ਼ਬਦ ਹੈ ਸਾਧ ਜਾਣੈ ਤਾਂ ਆਪ ਪਛਾਣੈ, ਨਿਰਮਲ ਬਾਣੀ ਸ਼ਬਦ ਵਖਾਣੈ, ਜੁਗ ਜੁਗ ਬਾਣੀ ਸ਼ਬਦ ਪਛਾਣੀ, ਨਾਉ ਮੀਠਾ ਮਨੈ ਪਿਆਰਾ, ਗੁਰਬਾਣੀ ਨਿਰਬਾਣ ਸ਼ਬਦ ਪਛਾਣਿਆ, ਅਨਹਦ ਬਾਣੀ ਪੂੰਜੀ ਸੰਤਨ ਹੱਥ ਰਾਖੀ ਕੂੰਜੀ, ਸੱਚਾ ਆਪ ਸਦਾ ਹੈ ਸਾਚਾ ਬਾਣੀ ਸ਼ਬਦ ਸੁਣਾਈ, ਅਨਹਦ ਬਾਣੀ ਗੁਰ ਸ਼ਬਦ ਜਾਣੀ, ਹਰ ਨਾਮ ਹਰ ਰਸ ਭੋਗੋ, ਤਿਨ ਕਰਤੈ ਇੱਕ ਚਲਤ ਉਪਾਇਆ, ਅਨਹਦ ਬਾਣੀ ਸ਼ਬਦ ਸੁਣਾਇਆ, ਅੰਮ੍ਰਿਤ ਬਾਣੀ ਤਤ ਵਖਾਣੀ, ਗਿਆਨ ਧਿਆਨ ਵਿੱਚ ਆਈ, ਗੁਰਮੁਖ ਆਖੀ ਗੁਰਮੁਖ ਜਾਤੀ, ਸੁਰਤੀ ਕਰਮ ਤੇ ਆਈ। ਦੂਜੇ ਲਫ਼ਜ਼ਾਂ ਵਿੱਚ ਇਸ ਅਨਹਦ ਧੁਰ ਕੀ ਬਾਣੀ ਨੂੰ ਸਮਝਣ ਬੁੱਝਣ ਅਤੇ ਇਸ ਦੇ ਤਤ ਗਿਆਨ ਦਾ ਪ੍ਰਕਾਸ਼ ਦਾ ਰੰਗ ਰਸ ਮਾਣਨ ਲਈ ਲਗਾਤਾਰ ਸਤਸੰਗਤ, ਸ਼ਬਦ ਦੀ ਕਮਾਈ, ਗੁਰ ਪ੍ਰਸਾਦ ਲਾਜ਼ਮੀ ਹੈ। ਹਾਂਜੀ, ਲਗਾਤਾਰ ਸਤਸੰਗਤ, ਸ਼ਬਦ ਦੀ ਕਮਾਈ ਤੇ ਗੁਰ ਪ੍ਰਸਾਦ ਲਾਜ਼ਮੀ ਹੈ। ਗੁਰ ਕੀ ਬਾਣੀ ਗੁਰ ਤੇ ਜਾਤੀ, ਜੇ ਸ਼ਬਦ ਰਤੇ ਰੰਗ ਲਾਏ। ਇਸ ਤਰ੍ਹਾਂ ਗੁਰਵਾਕ ਇਹ ਬਾਣੀ ਜੋ ਜੀਉ ਜਾਣੈ ਤਿਸ ਅੰਤਰ ਰਵੈ ਹਰਨਾਮਾ ਦੀ ਆਤਮ ਕਲਾ ਸਾਡੇ ਮਨ ਤੇ ਵਰਤ ਸਕਦੀ ਹੈ। ਦੂਜੇ ਲਫ਼ਜ਼ਾਂ ਵਿੱਚ ਇਸ ਅੰਮ੍ਰਿਤ ਰੂਪ, ਨਾਮ ਰੂਪ, ਸ਼ਬਦ ਰੂਪ, ਗੁਰੂ ਰੂਪ, ਤਤ ਗਿਆਨ ਰੂਪ, ਪ੍ਰਕਾਸ਼ਮਈ, ਰਸਮਈ, ਪ੍ਰੇਮਮਈ ਗੁਰਬਾਣੀ ਦਾ ਪੂਰਨ ਆਤਮਕ ਲਾਹਾ ਲੈਣ ਲਈ ਸਾਡੀ ਸੁਰਤ ਨੂੰ ਮਾਇਕੀ ਬੁੱਧੀ ਮੰਡਲ ਵਿੱਚੋਂ ਉੱਠ ਕੇ ਆਤਮ ਮੰਡਲ ਦੇ ਤਤ ਗਿਆਨ ਦੇ ਪ੍ਰਕਾਸ਼ ਵਿੱਚ ਅਨੁਭਵ ਦੁਆਰਾ ਉਡਾਰੀਆਂ ਲਾਉਣੀਆਂ ਪੈਂਦੀਆਂ ਹਨ, ਜਿੱਥੋਂ ਇਹ ਧੁਰ ਕੀ ਬਾਣੀ ਆਈ ਹੈ। ਹਾਂਜੀ, ਜੇ ਅਸੀਂ ਚਾਹੁੰਦੇ ਹਾਂ ਕਿ ਗੁਰਬਾਣੀ ਦਾ ਪੂਰਨ ਆਤਮਕ ਲਾਹਾ ਲਈਏ ਤਾਂ ਫਿਰ ਸੁਰਤ ਨੂੰ ਮਾਇਕੀ ਬੁੱਧੀ ਮੰਡਲ ਵਿੱਚੋਂ ਉੱਠ ਕੇ ਆਤਮ ਮੰਡਲ ਦੇ ਤਤ ਗਿਆਨ ਦੇ ਪ੍ਰਕਾਸ਼ ਵਿੱਚ ਅਨੁਭਵ ਦੁਆਰਾ ਉਡਾਰੀਆਂ ਲਾਉਣੀਆਂ ਪੈਂਦੀਆਂ ਹਨ। ਯਾਨੀ ਉਸ ਮੰਡਲ ਵਿੱਚ ਪਹੁੰਚਣਾ ਪੈਂਦਾ ਹੈ ਜਿੱਥੋਂ ਕਿ ਇਹ ਧੁਰ ਕੀ ਬਾਣੀ ਆਈ ਹੈ। ਉਸ ਮੰਡਲ ਵਿੱਚ ਪਹੁੰਚ ਕੇ ਹੀ ਅਸੀਂ ਗੁਰਬਾਣੀ ਦਾ ਪੂਰਨ ਆਤਮਕ ਲਾਹਾ ਲੈ ਸਕਦੇ ਹਾਂ। ਤੇ ਅਨੁਭਵੀ ਮੰਡਲ ਵਿੱਚ ਪਹੁੰਚਣ ਦਾ ਤਰੀਕਾ ਕੀ ਸੀ, ਪਿੱਛੇ ਅਸੀਂ ਪੜ੍ਹਿਆ ਕਿ ਸਾਧ ਸੰਗਤ ਵਿੱਚ ਧਿਆਨ ਨਾਲ ਗੁਰਬਾਣੀ ਦਾ ਪਾਠ ਕੀਰਤਨ ਕਰਦਿਆਂ ਜਾਂ ਸੁਣਦਿਆਂ ਤੇ ਨਾਲ ਨਾਲ ਨਾਮ ਅਭਿਆਸ ਕਮਾਈ ਕਰਦਿਆਂ ਜਦੋਂ ਮਨ ਦੀ ਮੈਲ ਉਤਰ ਜਾਂਦੀ ਹੈ, ਮਨ ਹਲਕਾ ਹੋ ਕੇ ਫਿਰ ਇਹ ਅਨੁਭਵ ਪ੍ਰਾਪਤ ਕਰਦਾ ਹੈ ਆਤਮਕ ਪ੍ਰਕਾਸ਼ ਮੰਡਲ ਵਿੱਚ ਦਾਖਲ ਹੋ ਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ